ਪ੍ਰੈਜ਼ੈਂਟ ਪਰਫੈਕਟ ਟੈਂਸ। ਹੁਣ ਇਹ ਟੈਂਸ ਇਹ ਦੱਸਦਾ ਹੈ ਕਿ ਕੰਮ ਹੋ ਚੁੱਕਿਆ ਹੈ। ਠੀਕ ਹੈ, ਜਿਹੜਾ ਕੰਮ ਹੋ ਚੁੱਕਾ ਹੈ। ਤੇ ਸੈਂਟੈਂਸ ਦੀ ਪਛਾਣ ਹੈ ਕਿ ਇਹਦੇ ਕੋਈ ਵੀ ਸੈਂਟੈਂਸ ਹੋਵੇ ਉਹਦੇ ਪਿੱਛੇ ਆ ਹੈ, ਈ ਹੈ ਜਾਂ ਏ ਹਨ, ਇਹ ਸਾਰੀਆਂ ਪਹਿਚਾਣਾਂ ਹੁੰਦੀਆਂ ਨੇ। ਠੀਕ ਹੈ, ਤੇ ਇਹਦੇ ਵਿੱਚ ਹਾਂ ਵਾਚਕ ਦੇ ਵਿੱਚ ਯਾਨੀ ਐਫਰਮੇਟਿਵ ਜਿਹੜੇ ਸਿੰਪਲ ਸੈਂਟੈਂਸ ਹੁੰਦੇ ਉਹਦੇ ਵਿੱਚ ਕੀ ਹੁੰਦਾ, ਹੈਜ਼ ਹੈਵ ਲੱਗਦਾ ਤੇ ਨਾਲ ਥਰਡ ਫਾਰਮ। ਜਦੋਂ ਵੀ ਹੈਜ਼ ਹੈਵ ਆਉਂਦਾ ਉਹਦੇ ਨਾਲ ਇੱਕਦਮ ਥਰਡ ਫਾਰਮ ਲੱਗਦੀ ਆ। ਠੀਕ ਹੈ, ਨੈਗੇਟਿਵ ਵਿੱਚ ਹੈਜ਼ ਹੈਵ ਦੇ ਨਾਲ ਨੋਟ ਲੱਗ ਜੂਗਾ ਤੇ ਥਰਡ ਫਾਰਮ ਆਏਗੀ, ਤੇ ਇੰਟੈਰੋਗੇਟਿਵ ਦੇ ਵਿੱਚ ਕੁਐਸਚਨ ਵਾਲੇ 'ਚ ਹੈਜ਼ ਹੈਵ ਨੂੰ ਸਭ ਤੋਂ ਪਹਿਲਾਂ ਲਗਾ ਦਿੱਤਾ ਜਾਏਗਾ। ਠੀਕ ਹੈ, ਤੇ ਨਾਲੇ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਹੈ ਕਿ ਹੈਜ਼ ਕਿਹਦੇ ਨਾਲ ਲੱਗਦਾ ਤੇ ਹੈਵ ਕਿਹਦੇ ਨਾਲ ਲੱਗਦਾ। ਹੀ ਸ਼ੀ ਇਟ ਦੇ ਨਾਲ ਜਦੋਂ ਸੈਂਟੈਂਸ ਸ਼ੁਰੂ ਹੋ ਰਿਹਾ, ਸਬਜੈਕਟ ਹੀ ਸ਼ੀ ਇਟ ਹੈ, ਹੀ ਦੀ ਜਗ੍ਹਾ ਕੋਈ ਮੁੰਡੇ ਦਾ ਨਾਮ ਵੀ ਹੋ ਸਕਦਾ ਹੈ, ਸ਼ੀ ਦੀ ਜਗ੍ਹਾ ਕਿਸੇ ਕੁੜੀ ਦਾ ਨਾਮ ਵੀ ਹੋ ਸਕਦਾ। ਠੀਕ ਹੈ, ਇਟ ਦੀ ਜਗ੍ਹਾ ਕਿਸੇ ਚੀਜ਼ ਦਾ ਨਾਮ ਹੋ ਸਕਦਾ, ਤੇ ਉਹਦੇ ਨਾਲ ਹੈਜ਼ ਆਊਗਾ। ਤੇ ਆਈ ਵੀ ਯੂ ਦੇ ਨਾਲ ਅਸੀਂ ਹੈਵ ਲਗਾਉਂਦੇ ਹਾਂ। ਆਪਾਂ ਕਦੀ ਆਈ ਹੈਜ਼ ਨਹੀਂ ਬੋਲਦੇ, ਆਈ ਹੈਵ ਬੋਲਦੇ ਹਾਂ। ਠੀਕ ਹੈ, ਤੇ ਆਹ ਤੁਸੀਂ ਯਾਦ ਰੱਖਣੀ ਆ ਹਮੇਸ਼ਾ ਚੀਜ਼। ਠੀਕ ਹੈ, ਇਹਨਾਂ ਨੂੰ ਲਿਖ ਕੇ ਰੱਖ ਲਓ ਕਿਤੇ ਰੂਲਸ ਨੂੰ। ਤੇ ਫਸਟ ਸੈਂਟੈਂਸ ਦੇਖੋ, ਐਗਜ਼ਾਮਪਲ, ਮੈਂ ਆਪਣਾ ਕੰਮ ਕਰ ਲਿਆ ਹੈ, ਆਈ ਹੈਵ ਡਨ ਮਾਈ ਵਰਕ। ਠੀਕ ਹੈ, ਸੁਰਿੰਦਰ ਨੇ ਮੇਰੀ ਕਲਮ ਵਾਪਸ ਨਹੀਂ ਕੀਤੀ ਹੈ, ਜਿਹੜੀ ਕਿ ਹੁਣ ਤੱਕ ਕਰ ਦੇਣੀ ਚਾਹੀਦੀ ਸੀ, ਵੀ ਕਰ ਚੁੱਕੀ ਹੋਣੀ ਸੀਗੀ ਲੇਕਿਨ ਉਹਨੇ ਨਹੀਂ ਕੀਤੀ। ਸੁਰਿੰਦਰ ਹੈਜ਼ ਨੋਟ ਰਿਟਰਨਡ, ਵਾਪਸ ਕਰਨਾ ਮਤਲਬ ਰਿਟਰਨਡ ਮਾਈ ਪੈਨ। ਠੀਕ ਹੈ, ਕਲਮ ਯਾਨੀ ਪੈਨ। ਕੀ ਤੁਹਾਨੂੰ ਜ਼ੁਕਾਮ ਨਹੀਂ ਹੋਇਆ ਹੈ? ਜ਼ੁਕਾਮ ਹੋਣ ਦੀ ਇੰਗਲਿਸ਼ ਹੁੰਦੀ ਹੈ ਟੂ ਕੈਚ ਕੋਲਡ। ਠੀਕ ਹੈ, ਹੈਵ ਯੂ ਨੋਟ, ਹੁਣ ਕੈਚ ਦੀ ਥਰਡ ਫਾਰਮ ਲਗਾ ਦੇਣੀ ਹੈ, ਹੈਵ ਯੂ ਨੋਟ ਕੌਟ ਕੋਲਡ, ਫਿਰ ਕੁਐਸਚਨ ਮਾਰਕ ਆ ਜਾਏਗਾ। ਠੀਕ ਹੈ, ਤੇ ਬਸ ਇਹਦੇ ਵਿੱਚ ਆਹ ਹੈ ਕਿ ਹੈਜ਼ ਹੈਵ ਲਗਾ ਕੇ ਥਰਡ ਫਾਰਮ ਲਗਾਉਣੀ ਹੈ ਜਿਹੜਾ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ। ਹੁਣ ਨੈਕਸਟ ਆਉਂਦਾ ਹੈ ਪਾਸਟ ਪਰਫੈਕਟ ਟੈਂਸ। ਠੀਕ ਹੈ, ਪ੍ਰੈਜ਼ੈਂਟ 'ਚ ਸੀਗਾ ਆ ਹੈ, ਇਹ ਹੈ। ਠੀਕ ਹੈ, ਇਹਦੇ ਵਿੱਚ ਆ ਸੀ ਆ ਜਾਏਗਾ ਕਿਉਂਕਿ ਪਾਸਟ ਹੈ ਨਾ, ਸੀ ਵਰਡ ਯੂਜ਼ ਕਰਾਂਗੇ ਆਪਾਂ। ਤੇ ਆ ਸੀ, ਏ ਸਨ, ਈ ਸੀ, ਜਾਂ ਕੰਮ ਹੋ ਚੁੱਕਾ ਸੀ ਪਤਾ ਚੱਲੇ ਵੀ ਪੁਰਾਣੇ ਪਹਿਲੇ ਟਾਈਮ ਦੇ ਵਿੱਚ ਜਿਹੜਾ ਪਾਸਟ ਲੰਘ ਚੁੱਕਿਆ ਉਦੋਂ ਕੰਮ ਇਹ ਹੋ ਚੁੱਕਿਆ ਸੀ ਆਲਰੇਡੀ। ਠੀਕ ਹੈ, ਤੇ ਇਹਦੇ ਰੂਲਸ ਹੈ ਐਫਰਮੇਟਿਵ 'ਚ ਯਾਨੀ ਹਾਂ ਵਾਚਕ 'ਚ, ਸਿੰਪਲ 'ਚ ਇਹ 'ਚ ਲੱਗਦਾ ਇਕੱਲਾ ਹੈਡ। ਪ੍ਰੈਜ਼ੈਂਟ 'ਚ ਕੀ ਲਾਇਆ ਸੀ, ਹੈਜ਼ ਤੇ ਹੈਵ ਦੋਨੋਂ ਯੂਜ਼ ਹੁੰਦੇ ਆ, ਤੇ ਉਹਦੇ 'ਚ ਹੀ ਸ਼ੀ ਇਟ ਆਈ ਵੀ ਯੂ ਦੇ ਦੇਖਣਾ ਪੈਂਦਾ। ਇਹ 'ਚ ਇਕੱਲਾ ਹੀ ਹੈਡ ਲੱਗਣਾ ਤੇ ਸਾਰਿਆਂ ਨਾਲ ਹੀ ਸ਼ੀ ਇਟ ਆਈ ਵੀ ਯੂ ਦੇ ਸਾਰਿਆਂ ਨਾਲ ਹੈਡ ਹੀ ਲਗਾਉਣਾ ਹੈ। ਠੀਕ ਹੈ, ਨੈਗੇਟਿਵ 'ਚ ਹੈਡ ਨੋਟ ਪਲੱਸ V3, ਇੰਟੈਰੋਗੇਟਿਵ 'ਚ ਹੈਡ ਸਭ ਤੋਂ ਪਹਿਲਾਂ ਆ ਜਾਊਗਾ, ਤੇ ਬਾਅਦ 'ਚੋਂ ਵਰਬ ਦੀ ਥਰਡ ਫਾਰਮ ਤਾਂ ਲਗਾਉਣੀ ਹੀ ਹੈ, ਤੇ ਐਂਡ 'ਚ ਕੁਐਸਚਨ ਮਾਰਕ। ਹੁਣ ਦੇਖੋ ਐਗਜ਼ਾਮਪਲ, ਮੈਂ ਪਹਿਲਾਂ ਹੀ ਆਪਣਾ ਕੰਮ ਖਤਮ ਕਰ ਲਿਆ ਸੀ। ਠੀਕ ਹੈ, ਪਿੱਛੇ ਆ ਗਿਆ ਨਾ ਆ ਸੀ, ਪਹਿਲਾਂ ਹੀ ਮਤਲਬ ਪਹਿਲਾਂ ਦੀ ਗੱਲ ਹੋ ਰਹੀ ਹੈ, ਤੇ ਕੰਮ ਖਤਮ ਮੈਂ ਕਰ ਚੁੱਕਿਆ ਸੀ ਆਪਣਾ। ਆਈ ਹੈਡ ਆਲਰੇਡੀ, ਪਹਿਲਾਂ ਹੀ ਮਤਲਬ ਆਲਰੇਡੀ, ਫਿਨਿਸ਼ਡ ਥਰਡ ਫਾਰਮ ਆ ਗਈ, ਮਾਈ ਵਰਕ ਮੇਰਾ ਕੰਮ। ਰੋਗੀ ਹਜੇ ਨਹੀਂ ਆਇਆ ਸੀ, ਦ ਪੇਸ਼ੈਂਟ ਹੈਡ ਨੋਟ ਕਮ ਯੈਟ, ਹਜੇ ਮਤਲਬ ਯੈਟ। ਕੀ ਤੁਸੀਂ ਪੱਤਰ ਨਹੀਂ ਲਿਖ ਚੁੱਕੇ ਸੀਗੇ, ਹੈਡ ਯੂ ਨੋਟ ਰਿਟਨ ਦ ਲੈਟਰ, ਕੁਐਸਚਨ ਮਾਰਕ। ਨੈਕਸਟ ਇਜ਼ ਫਿਊਚਰ ਪਰਫੈਕਟ ਟੈਂਸ, ਭਵਿੱਖ ਦੇ ਵਿੱਚ ਜਿਹੜਾ ਕੰਮ ਹੋ ਚੁੱਕਿਆ ਹੋਵੇਗਾ, ਹੈ ਨਾ। ਫਿਊਚਰ ਦਾ ਤਾਂ ਗਾ ਦੇ ਨਾਲ ਹੀ ਪਤਾ ਚੱਲਦਾ ਹੈ ਨਾ ਵੀ ਇਹ ਕੰਮ ਹੋ ਚੁੱਕਿਆ ਹੋਵੇਗਾ, ਹਜੇ ਨਹੀਂ ਹੋਇਆ, ਨਾ ਹੀ ਪਾਸਟ 'ਚ ਹੋਇਆ ਸੀ। ਤੇ ਇਹਦੀ ਪਹਿਚਾਣ ਚੁੱਕਾ ਹੋਵੇਗਾ, ਚੁੱਕੀ ਹੋਵੇਗੀ, ਚੁੱਕੇ ਹੋਣਗੇ, ਜਾਂ ਆ ਹੋਵੇਗਾ, ਈ ਹੋਵੇਗੀ, ਇਹ ਸਾਰੇ ਤੁਸੀਂ ਧਿਆਨ 'ਚ ਰੱਖਣੇ ਆ ਜਿਹੜੇ ਸੈਂਟੈਂਸ ਦੇ ਪਿੱਛੇ ਇੱਦਾਂ ਆਵੇ, ਚੁੱਕੀ ਹੋਵੇਗੀ ਜਾਂ ਚੁੱਕੀ ਦਾ ਇਕੱਲਾ ਈ ਲੈ ਲਿਆ। ਠੀਕ ਹੈ, ਆਈ ਹੋਵੇਗੀ, ਕਿਉਂਕਿ ਹਰੇਕ 'ਚ ਜ਼ਰੂਰੀ ਨਹੀਂ ਹੁੰਦਾ ਕਿ ਚੁੱਕੀ ਲਿਖਿਆ ਹੋਵੇ, ਆਈ ਹੋਵੇਗੀ ਦਾ ਈ ਹੋਵੇਗੀ ਲੈ ਲਓ, ਈ ਹੋਵੇਗੀ, ਹੈ ਨਾ। ਤੇ ਇੱਦਾਂ ਤੁਸੀਂ ਪਤਾ ਕਰ ਸਕਦੇ ਹੋ ਕਿ ਇਹ ਕਿਹੜਾ ਟੈਂਸ ਹੈ, ਤੇ ਇਹ 'ਚ ਰੂਲ ਕੀ ਲਗਾ ਕੇ ਆਪਾਂ ਨੂੰ ਇਹਨੂੰ ਇੰਗਲਿਸ਼ 'ਚ ਕਨਵਰਟ ਕਰੀਏ। ਫਿਰ ਹੁਣ ਇਹਦੇ ਰੂਲਸ ਦੇਖਦੇ ਹਾਂ ਹੁਣ ਆਪਾਂ। ਐਫਰਮੇਟਿਵ ਯਾਨੀ ਹਾਂ ਵਾਚਕ ਦੇ ਵਿੱਚ ਸ਼ੈਲ ਹੈਵ, ਕਿਉਂਕਿ ਫਿਊਚਰ 'ਚ ਸ਼ੈਲ ਵਿਲ ਤਾਂ ਲੱਗਣਾ ਹੀ ਹੈ। ਠੀਕ ਹੈ, ਸ਼ੈਲ ਵਿਲ ਆਪਾਂ ਲਗਾਉਣਾ ਹੈ। ਉੱਤੋਂ ਇਹ ਪਰਫੈਕਟ ਹੈ, ਜਿਹੜੇ ਵੀ ਪਰਫੈਕਟ ਵਾਲੇ ਹੁੰਦੇ ਉਹਦੇ ਵਿੱਚ ਹੈਜ਼ ਹੈਵ ਜਾਂ ਹੈਡ ਯੂਜ਼ ਹੁੰਦਾ ਹੈ, ਤੇ ਫਿਊਚਰ ਦੇ ਵਿੱਚ ਇਕੱਲਾ ਹੈਵ ਹੀ ਲੱਗਦਾ ਹੈ। ਠੀਕ ਹੈ, ਪਾਸਟ ਵਿੱਚ ਇਕੱਲਾ ਹੈਡ ਲੱਗਦਾ ਪਾਸਟ ਪਰਫੈਕਟ 'ਚ, ਫਿਊਚਰ ਪਰਫੈਕਟ 'ਚ ਇਕੱਲਾ ਹੈਵ ਲੱਗਦਾ ਵਾ, ਤੇ ਪ੍ਰੈਜ਼ੈਂਟ ਪਰਫੈਕਟ ਵਿੱਚ ਹੈਜ਼ ਤੇ ਹੈਵ ਦੋ ਲੱਗਦੇ ਆ। ਠੀਕ ਹੈ, ਅਕੋਰਡਿੰਗਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ। ਇਹਦੇ ਨੈਗੇਟਿਵ ਵਿੱਚ ਸ਼ੈਲ ਨੋਟ ਹੈਵ, ਵਿਲ ਨੋਟ ਹੈਵ ਪਲੱਸ V3। ਹੁਣ ਹੈਵ ਲਗਾ ਤਾ ਨਾ, V3 ਤਾਂ ਲਗਾਉਣੀ ਪੈਣੀ ਹੈ। V3 ਮਤਲਬ ਵਰਬ ਦੀ ਥਰਡ ਫਾਰਮ। ਇੰਟੈਰੋਗੇਟਿਵ ਦੇ ਵਿੱਚ ਸ਼ੈਲ ਵਿਲ ਪਹਿਲਾਂ ਆ ਜਾਊਗਾ, ਉਸ ਤੋਂ ਬਾਅਦ ਹੈਵ ਲਗਾ ਕੇ ਥਰਡ ਫਾਰਮ ਲਗਾ ਦੇਣੀ ਆ। ਤੇ ਇਹਦਾ ਐਗਜ਼ਾਮਪਲ ਹੈ, ਗੱਡੀ ਹੁਣ ਤੱਕ ਆ ਚੁੱਕੀ ਹੋਵੇਗੀ, ਦ ਟ੍ਰੇਨ ਵਿਲ ਹੈਵ ਅਰਾਈਵਡ, ਤੇ ਹੁਣ ਤੱਕ ਮਤਲਬ ਬਾਏ ਨਾਓ। ਠੀਕ ਹੈ, ਬਾਏ ਲਗਾਈਦਾ ਹੁੰਦਾ, ਬਾਏ ਨਾਓ, ਹੁਣ ਤੱਕ। ਜਿਵੇਂ ਹੁਣ ਆਪਾਂ ਜੇ ਕਹਿਣਾ ਹੋਏ ਮੈਂ ਸ਼ਾਮ ਤੱਕ ਆ ਜਾਊਂਗਾ,
ਤੇ ਉਦੋਂ ਸ਼ਾਮ ਤੱਕ ਦੀ ਇੰਗਲਿਸ਼ ਹੋਏਗੀ ਬਾਏ ਈਵਨਿੰਗ। ਠੀਕ ਹੈ, ਐਵੇਂ ਦਾ ਕੋਈ ਸੈਂਟੈਂਸ ਬੋਲਣਾ ਹੋਏ ਨਾ ਤਾਂ ਆਹ ਵਾਲੇ ਵਰਡ ਯੂਜ਼ ਕਰਨੇ ਆ, ਬਾਏ ਨਾਓ, ਬਾਏ ਈਵਨਿੰਗ, ਬਾਏ ਮੋਰਨਿੰਗ। ਗੱਡੀ ਹੁਣ ਤੱਕ ਨਹੀਂ ਆਈ ਹੋਵੇਗੀ। ਹੁਣ ਜੇ ਇਸੇ ਨੂੰ ਆਪਾਂ ਨੈਗੇਟਿਵ 'ਚ ਲਿਖਣਾ ਹੋਏ, ਦ ਟ੍ਰੇਨ ਵਿਲ ਨੋਟ ਹੈਵ, ਵਿਲ ਨੋਟ ਲਗਾ ਕੇ ਹੈਵ ਅਰਾਈਵਡ ਬਾਏ ਨਾਓ, ਕਿ ਗੱਡੀ ਹੁਣ ਤੱਕ ਆ ਚੁੱਕੀ ਹੋਵੇਗੀ। ਜੇ ਕਿਸੇ ਨੇ ਪੁੱਛਣਾ ਹੋਏ ਗੱਡੀ ਆ ਚੁੱਕੀ ਹੋਵੇਗੀ, ਈ ਹੋਵੇਗੀ ਆ ਗਿਆ ਇਹਦੇ ਵਿੱਚ, ਤਾਂ ਇਹਦੀ ਇੰਗਲਿਸ਼ ਬਣ ਗਈ ਵਿਲ ਦ ਟ੍ਰੇਨ ਹੈਵ ਅਰਾਈਵਡ ਬਾਏ ਨਾਓ ਕੁਐਸਚਨ ਮਾਰਕ। ਠੀਕ ਹੈ, ਵਰਬ ਤੋਂ ਇੱਕਦਮ ਪਹਿਲਾਂ ਹੈਵ ਯੂਜ਼ ਕਰਨਾ ਵਾ। ਨੈਕਸਟ ਇਜ਼ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ। ਇਹਦੇ ਵਿੱਚ ਹੁਣ ਪਰਫੈਕਟ ਕੰਟੀਨਿਊਅਸ ਵਿੱਚ ਪਰਫੈਕਟ ਵੀ ਹੈ, ਕੰਟੀਨਿਊਅਸ ਵੀ ਹੈ। ਠੀਕ ਹੈ, ਤੇ ਇਹਦੇ 'ਚ ਕੀ ਦੇਖਣਾ ਹੈ, ਪਰਫੈਕਟ ਵਾਲਾ ਰੂਲ ਵੀ ਲੱਗੂਗਾ, ਹੈਜ਼ ਹੈਵ। ਠੀਕ ਹੈ, ਤੇ ਕੰਟੀਨਿਊਅਸ ਵਾਲਾ ਵੀ ਲੱਗੂਗਾ, ਯਾਨੀ ਕਿ ING ਲਗਾਉਣਾ। ਲੇਕਿਨ ਹੈਜ਼ ਹੈਵ ਦੇ ਨਾਲ ਆਪਾਂ ਹਮੇਸ਼ਾ ਥਰਡ ਫਾਰਮ ਲਾਉਂਦੇ ਹਾਂ, ਇਹਦੇ ਨਾਲ ਤਾਂ ING ਲੱਗਦਾ ਹੀ ਨਹੀਂ ਹੁੰਦਾ ਵਰਬ ਦੇ ਨਾਲ, ਹੈ ਨਾ। ਉਹਦੇ ਲਈ ਆਪਾਂ ਨੂੰ ਇਹਦੇ ਵਿੱਚ ਬੀਨ ਯੂਜ਼ ਕਰਨਾ ਪੈਂਦਾ ਵਾ। ਤੇ ਇਹਦੀ ਪਛਾਣ ਕੀ ਹੈ, ਇਹਦੀ ਪਛਾਣ ਵੀ ਉਵੇਂ ਦੀ ਹੈ, ਕੰਟੀਨਿਊਅਸ ਵਰਗੀ ਹੈ, ਲੇਕਿਨ ਇਹ 'ਚ ਰਿਹਾ ਹੈ, ਰਹੀ ਹੈ, ਰਹੇ ਹਨ ਲੱਗਦਾ ਹੈ, ਲੇਕਿਨ ਇਹਦੀ ਪਛਾਣ ਇਹ 'ਚ ਇੱਕ ਹੋਰ ਪਲੱਸ ਹੈ ਕਿ ਇਹ 'ਚ ਟਾਈਮ ਪੀਰੀਅਡ ਦਿੱਤਾ ਹੁੰਦਾ। ਠੀਕ ਹੈ, ਪ੍ਰੈਜ਼ੈਂਟ ਪਰਫੈਕਟ, ਹੁਣ ਕੰਮ ਹੋ ਰਿਹਾ ਹੈ, ਲੇਕਿਨ ਪਹਿਲਾਂ ਵੀ ਹੋ ਰਿਹਾ ਸੀ ਤੇ ਹੋ ਚੁੱਕਿਆ ਹੈ। ਜਿਵੇਂ ਐਗਜ਼ਾਮਪਲ 'ਚ ਕੋਈ ਬਿਲਡਿੰਗ ਬਣਦੀ ਪਈ ਹੈ, ਅੱਧੀ ਕੁ ਬਣ ਚੁੱਕੀ ਹੈ ਤੇ ਬਾਕੀ ਦੀ ਬਣ ਰਹੀ ਹੈ। ਐਵੇਂ ਦੇ ਸੈਂਟੈਂਸਿਸ ਜਦੋਂ ਆਪਾਂ ਯੂਜ਼ ਕਰਦੇ ਹਾਂ, ਕਿਸੇ ਨਾਲ ਗੱਲ ਕਰਨੀ ਹੋਵੇ, ਤਾਂ ਉਦੋਂ ਆਪਾਂ ਇੰਗਲਿਸ਼ ਵਿੱਚ ਜੇ ਬੋਲਣਾ ਹੋਵੇ ਤੇ ਆਹ ਵਾਲੇ ਰੂਲ ਯੂਜ਼ ਕਰਕੇ ਇਸ ਸੈਂਟੈਂਸ ਨੂੰ ਬੋਲ ਸਕਦੇ ਹਾਂ। ਠੀਕ ਹੈ, ਟਾਈਮ ਪੀਰੀਅਡ ਦਿੱਤਾ ਹੋਵੇ ਤੇ ਰਿਹਾ ਹੈ, ਰਹੀ ਹੈ, ਕੰਟੀਨਿਊਅਸ ਵਾਲੇ ਪਹਿਚਾਣ ਹੁੰਦੀ ਹੈ ਇਹਦੀ। ਤੇ ਐਫਰਮੇਟਿਵ 'ਚ ਲਗਾਵਾਂਗੇ ਹੈਜ਼ ਹੈਵ, ਤੇ ਇਹਨੂੰ ਬੈਲੈਂਸ ਕਰਨ ਲਈ ਵੀ ING ਲਾਣਾ ਹੈ, ਕਿਉਂਕਿ ਕੰਟੀਨਿਊਅਸ ਹੈ, ING ਲੱਗੇਗਾ ਹੀ ਲੱਗੇਗਾ। ਤੇ ਆਪਾਂ ਥਰਡ ਫਾਰਮ ਆਪਾਂ ਉਸ ਤੋਂ ਪਹਿਲਾਂ ਯੂਜ਼ ਕਰਾਂਗੇ ਬੀਨ। ਬੀ ਦੀ ਥਰਡ ਫਾਰਮ ਹੁੰਦੀ ਹੈ ਬੀ ਵਾਜ਼ ਬੀਨ। ਠੀਕ ਹੈ, ਤੇ ਉਹ ਵਾਲੀ ਆਪਾਂ ਥਰਡ ਫਾਰਮ ਹਮੇਸ਼ਾ ਹੀ ਇਸ ਤੋਂ ਬਾਅਦ ਲਗਾਣੀ ਹੀ ਹੈ, ਹੈਜ਼ ਹੈਵ ਤੋਂ ਬਾਅਦ ਬੀਨ ਯੂਜ਼ ਕਰਕੇ ਫਿਰ ਆਪਾਂ ING ਵਾਲੀ ਫਾਰਮ ਯੂਜ਼ ਕਰਾਂਗੇ। ਠੀਕ ਹੈ, ਨੈਗੇਟਿਵ ਵਿੱਚ ਹੈਜ਼ ਹੈਵ, ਨੋਟ ਬੀਨ, ਤੇ ਵਰਬ ਦੀ ਫਸਟ ਫਾਰਮ ING। ਉਸ ਤੋਂ ਬਾਅਦ ਸਿੰਸ ਅਤੇ ਫੋਰ ਲੱਗਦਾ, ਕਿਉਂਕਿ ਟਾਈਮ ਪੀਰੀਅਡ ਦਿੱਤਾ ਹੈ ਨਾ। ਸਿੰਸ ਤੇ ਫੋਰ ਵੀ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਇਹਦੇ ਵਿੱਚ। ਤੇ ਹੁਣ ਇੰਟੈਰੋਗੇਟਿਵ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ, ਹੈਜ਼ ਹੈਵ ਸਭ ਤੋਂ ਪਹਿਲਾਂ ਲਗਾਉਣਾ, ਫਿਰ ING, ਫਿਰ ਸਿੰਸ ਫੋਰ ਲਗਾ ਕੇ ਅੱਗੇ ਟਾਈਮ ਦੱਸ ਦੇਣਾ ਵੀ ਇੰਨੇ ਦਿਨਾਂ ਤੋਂ ਇਹ ਕੰਮ ਹੋ ਰਿਹਾ। ਹੁਣ ਦੇਖੋ ਫਸਟ ਆ, ਸ਼ਿਕਾਰੀ 2 ਦਿਨਾਂ ਤੋਂ ਸ਼ਿਕਾਰ ਖੇਡ ਰਿਹਾ ਹੈ। ਇਹਦੇ ਵਿੱਚ 2 ਦਿਨ ਦੱਸੇ ਨੇ, 2 ਦਿਨਾਂ ਤੋਂ। ਮੈਂ ਤੁਹਾਨੂੰ ਇਹ ਦੱਸਣ ਲੱਗੀ ਕਿ ਸਿੰਸ ਕਦੋਂ ਲਾਉਣਾ ਤੇ ਫੋਰ ਕਦੋਂ ਲਾਉਣਾ। ਇਹਦੇ ਵਿੱਚ ਹੈ ਦ ਹੰਟਰ ਹੈਜ਼ ਬੀਨ ਹੰਟਿੰਗ ਫੋਰ 2 days। ਫੋਰ ਇੱਥੇ ਕਿਉਂ ਲਗਾਇਆ, ਸਿੰਸ ਕਿਉਂ ਨਹੀਂ ਲਗਾਇਆ? ਕਿਉਂਕਿ 2 ਦਿਨ ਸਾਨੂੰ ਹਫਤੇ ਦੇ ਨਹੀਂ ਪਤਾ। ਇੱਕ ਜਿਹੜੀ ਚੀਜ਼ ਦਾ ਬਿਲਕੁਲ ਪੱਕਾ ਪਤਾ ਹੋਏ ਨਾ ਵੀ ਇੰਨੇ ਟਾਈਮ ਤੋਂ ਹੋ ਰਿਹਾ ਕੰਮ, ਉੱਥੇ ਆਪਾਂ ਸਿੰਸ ਲਗਾਵਾਂਗੇ। ਜਿਹਦਾ ਪੱਕਾ ਨਹੀਂ ਪਤਾ, ਸਿਰਫ ਇੱਕ ਅੰਦਾਜ਼ਾ ਹੀ ਆ ਜਾਂ ਵੈਸੀ ਗੱਲ ਹੈ ਜਿਹਦੇ ਨਾਲ ਦੂਸਰੇ ਨੂੰ ਕਲੀਅਰ ਨਹੀਂ ਹੋ ਰਿਹਾ ਵੀ ਅਸਲੀ ਟਾਈਮ ਕਿਹੜਾ ਸੀ, ਉਦੋਂ ਆਪਾਂ ਫੋਰ ਲਗਾਉਂਦੇ ਹਾਂ। ਠੀਕ ਹੈ, ਇੱਥੇ ਇਸ ਲਈ ਅਸੀਂ ਫੋਰ ਯੂਜ਼ ਕੀਤਾ ਵਾ। ਫੋਰ 2 days ਸਾਨੂੰ ਨਹੀਂ ਪਤਾ ਸੰਡੇ, ਮੰਡੇ, ਟਿਊਜ਼ਡੇ, ਵੈਨਸਡੇ ਕਿਹੜਾ ਵਾਲਾ ਡੇ ਆ, ਹੈ ਨਾ, ਤੇ ਕਿਹੜਾ ਟਾਈਮ ਆ, ਸਵੇਰ ਦਾ, ਦੁਪਹਿਰ ਦਾ, ਕੁਝ ਵੀ ਨਹੀਂ ਪਤਾ ਹੈਗਾ, ਬਸ 2 ਦਿਨ ਪਤਾ ਵਾ, ਫੋਰ ਲਗਾਤਾ। ਸਵੇਰ ਤੋਂ ਮੀਂਹ ਪੈ ਰਿਹਾ ਹੈ, ਇਟ ਹੈਜ਼ ਬੀਨ ਰੇਨਿੰਗ ਸਿੰਸ ਮੋਰਨਿੰਗ। ਸਾਰਿਆਂ ਨੂੰ ਪਤਾ ਹੈ ਵੀ ਅੱਜ ਸਵੇਰ ਤੋਂ ਮੀਂਹ ਪੈ ਰਿਹਾ, ਇਸ ਲਈ ਸਵੇਰ ਦਾ ਟਾਈਮ ਦਿੱਤਾ ਹੋਇਆ ਵੀ ਮੋਰਨਿੰਗ ਤੋਂ ਹੋ ਰਿਹਾ, ਅੱਜ ਦੇ ਦਿਨ ਵਿੱਚ ਮੋਰਨਿੰਗ ਤੋਂ ਸ਼ੁਰੂ ਹੋਇਆ ਸੀ, ਇਸ ਲਈ ਆਪਾਂ ਇੱਥੇ ਸਿੰਸ ਲਗਾ ਦਿੱਤਾ। ਠੀਕ ਹੈ, ਕੀ ਸਵੇਰ ਤੋਂ ਮੀਂਹ ਪੈ ਰਿਹਾ ਹੈ, ਹੁਣ ਇੱਥੇ ਹੈਜ਼ ਪਹਿਲਾਂ ਲੱਗ ਜੂਗਾ। ਤੇ ਬੀਨ ਕਦੋਂ ਲਗਾਈਦਾ, ਜਦੋਂ ਆਪਾਂ ਵਰਬ ਯੂਜ਼ ਕਰ ਰਹੇ ਹਾਂ ਨਾ ING ਵਾਲਾ, ਉਸ ਤੋਂ ਇੱਕਦਮ ਪਹਿਲਾਂ ਬੀਨ ਲਗਾਉਣਾ ਵਾ। ਜਿਵੇਂ ਮੈਂ ਤੁਹਾਨੂੰ ਉਹਦੇ 'ਚ ਇੱਕ ਹੋਰ ਕੰਟੀਨਿਊਅਸ ਵਾਲੇ ਫਿਊਚਰ ਕੰਟੀਨਿਊਅਸ 'ਚ ਦੱਸਿਆ ਸੀਗਾ, ਸ਼ੈਲ ਤੋਂ ਬਾਅਦ ਬੀ ਲਗਾ ਕੇ ING ਲਗਾਇਆ ਸੀਗਾ, ਉਵੇਂ ਇਹਦੇ ਵਿੱਚ ਹੈਜ਼ ਇਟ ਬੀਨ ਰੇਨਿੰਗ ਸਿੰਸ ਮੋਰਨਿੰਗ, ਫਿਰ ਕੁਐਸਚਨ ਮਾਰਕ ਲੱਗ ਜਾਏਗਾ। ਠੀਕ ਹੈ, ਅੱਗੇ ਆਉਂਦਾ 11th ਨੰਬਰ 'ਤੇ ਪਾਸਟ ਪਰਫੈਕਟ ਕੰਟੀਨਿਊਅਸ। ਠੀਕ ਹੈ, ਪਾਸਟ ਵਿੱਚ ਪਰਫੈਕਟ ਵੀ ਆ ਅਤੇ ਕੰਟੀਨਿਊਅਸ ਵੀ ਆ। ਹੁਣ ਆਪਾਂ ਪਹਿਲਾਂ ਜਦੋਂ ਇਕੱਲਾ ਪਾਸਟ ਪਰਫੈਕਟ ਕੀਤਾ ਸੀ, ਉਹਦੇ ਵਿੱਚ ਕੀ ਲਗਾਇਆ ਸੀਗਾ, ਹੈਡ ਯੂਜ਼ ਕੀਤਾ ਸੀ ਤੇ ਥਰਡ ਫਾਰਮ ਲਗਾਈ ਸੀ, ਹੈ ਨਾ। ਅਤੇ ਇਹਦੇ ਵਿੱਚ ਹੁਣ ਕੰਟੀਨਿਊਅਸ ਵੀ ਪਲੱਸ ਹੋ ਰਿਹਾ, ਯਾਨੀ ਕਿ ਵਰਬ ਦੀ ਫਸਟ ਫਾਰਮ ਦੇ ਨਾਲ ING। ਠੀਕ ਹੈ, ਅਤੇ ਇਹਦੇ ਵਿੱਚ ਵੀ ਜਦੋਂ ਪਰਫੈਕਟ ਕੰਟੀਨਿਊਅਸ ਦੋਨੋਂ ਆ ਜਾਂਦੇ, ਵੀ ਪਹਿਲਾਂ ਹੋ ਵੀ ਚੁੱਕਿਆ ਅਤੇ ਹੁਣ ਵੀ ਹੋ ਰਿਹਾ ਵਾ, ਤਾਂ ਉਦੋਂ ਟਾਈਮ ਪੀਰੀਅਡ ਦਿੱਤਾ ਹੁੰਦਾ ਵਾ ਵੀ ਪਹਿਲਾਂ ਕਦੋਂ ਤੋਂ ਹੋ ਰਿਹਾ ਸੀ ਅਤੇ ਹੁਣ ਕਦੋਂ ਤੱਕ ਬਾਅਦ 'ਚ, ਉਸ ਤੋਂ ਬਾਅਦ ਵੀ ਕਿੰਨੀ ਦੇਰ ਤੱਕ ਚੱਲਦਾ ਰਿਹਾ ਸੀਗਾ। ਠੀਕ ਹੈ, ਮਤਲਬ ਕਾਫੀ ਲੰਬੀ ਪ੍ਰੋਸੈਸ ਵਿੱਚ ਜਿਹੜੀ ਚੀਜ਼ ਦੱਸਣੀ ਹੋਵੇ ਵੀ ਇਹ ਬੜੀ ਦੇਰ ਤੋਂ ਹੋ ਰਿਹਾ ਸੀ ਅਤੇ ਇੰਨੀ ਦੇਰ ਤੱਕ ਇਹ ਚੱਲਦਾ ਹੀ ਰਿਹਾ ਸੀਗਾ, ਲੰਬਾ ਚੌੜਾ। ਜਿਵੇਂ ਤਾਜ ਮਹਿਲ ਦੀ ਗੱਲ ਕਰਦੇ ਹਾਂ ਵੀ ਇੰਨੇ ਸਾਲ ਲੱਗ ਗਏ ਸੀ ਇਹਨੂੰ, ਤਾਜ ਮਹਿਲ ਨੂੰ ਬਣਾਉਣ ਲਈ। ਅਤੇ ਇਹਦੀ ਵੀ ਪਹਿਚਾਣ ਪਾਸਟ ਕੰਟੀਨਿਊਅਸ ਵਰਗੀ ਹੁੰਦੀ ਹੈ, ਐਂਡ ਵਿੱਚ ਰਿਹਾ ਸੀ, ਰਹੀ ਸੀ, ਰਹੇ ਹਨ, ਅਤੇ ਲੇਕਿਨ ਟਾਈਮ ਪੀਰੀਅਡ ਦਿੱਤਾ ਹੁੰਦਾ। ਇੱਥੋਂ ਪਤਾ ਚੱਲਦਾ ਕਿ ਇਹ ਪਰਫੈਕਟ ਆ। ਐਫਰਮੇਟਿਵ 'ਚ ਹੈਡ ਬੀਨ ਲਗਾਵਾਂਗੇ, ਕਿਉਂਕਿ ਪਾਸਟ ਵਿੱਚ ਹੈਡ ਹੀ ਯੂਜ਼ ਹੁੰਦਾ,
कल्ला, ठीक है। परफेक्ट वाले विच हैड, उस तो बाद बीन लगाना पएगा, ठीक है, क्योंकि इनू बैलेंस करना ना, थर्ड फॉर्म चाहिए है हैड तो बाद, तो बी की थर्ड फॉर्म आप बीन लगा दी, उस तो बाद आप कंटीन्यूअस वाली फॉर्म लगा देंगे ING वाली, उस तो बाद आप सिंस फॉर यूज़ करके सेंटेंस एंड कर देना, ठीक है। तो आ तुहानू हुण ये तो तुसीं अपने आप पढ़ लोगे। तो नैक्सट आ एग्जाम्पल, ਉਹ 1 घंटे तो फुੱਲ ਤੋੜ ਰਿਹਾ ਸੀ, मतलब 1 घंटे तो लगातार फुੱਲ ही तोड़ी जा रहा ਸੀਗਾ। ही हैड बीन प्लकिंग फ्लावर्स फॉर एन आवर, फॉर लगाता ਆਪਾਂ, पता नहीं हुण किहड़ा वाला घंटा सीगा दिन का, भी सवेर का सीगा टाइम, टाइम नहीं ना पता, पक्का नहीं पता चल रहा, इसलिए आप फॉर यूज़ करता। किस टाइम तोड़ी जा रही सी, शाम नूं कि रात नूं, 1 घंटे तो फुੱਲ तोड़ी जा रहा सी। बच्चा 3 बजे तो नहीं रो रहा सीगा, ਇਹਦੇ ਵਿੱਚ ਲੱਗ ਜਾਏਗਾ ਦ ਚਾਈਲਡ ਹੈਡ ਨਾਟ ਬੀਨ ਕ੍ਰਾਈਂਗ ਸਿੰਸ 3 o'clock। ਹੁਣ 3 o'clock ਸਾਨੂੰ ਪਤਾ ਹੈ ਕਿ ਕਿਹੜੇ ਵਾਲੇ ਹੋ ਸਕਦੇ ਆ, ਜਾਂ ਤਾਂ ਰਾਤ ਦੇ ਵੀ ਹੋ ਸਕਦੇ ਆ, ਕਿਸੇ ਨਾਲ ਜਦੋਂ ਆਪਾਂ ਘਰ 'ਚ ਐਵੇਂ ਦੀ ਕੋਈ ਗੱਲ ਕਰਨੀ ਹੈ, ਥੋੜਾ ਅੰਡਰਸਟੈਂਡਿੰਗ ਹੁੰਦੀ ਆ ਆਪਸ 'ਚ। 3 ਜਾਂ ਤਾਂ ਦੁਪਹਿਰ ਦੇ ਵੱਜੇ ਹੋਣਗੇ ਜਾਂ ਰਾਤ ਦੇ ਵੱਜੇ ਹੋਣਗੇ, ਕਨਫਰਮ ਹੋ ਸਕਦਾ ਇਹਦਾ ਆਰਾਮ ਨਾਲ। 3 ਵਜੇ ਤੋਂ ਨਹੀਂ ਰੋ ਰਿਹਾ ਸੀ, ਇਸ ਲਈ ਆਪਾਂ ਲਗਾਤਾ ਦ ਚਾਈਲਡ ਹੈਡ ਨਾਟ ਬੀਨ ਕ੍ਰਾਈਂਗ ਸਿੰਸ 3 o'clock, ਠੀਕ ਹੈ। ਜੇ 3 hours ਹੁੰਦਾ ਨਾ, 3 ਘੰਟੇ, ਉਦੋਂ ਨਹੀਂ ਪਤਾ ਚੱਲਣਾ ਸੀਗਾ ਕਿ ਉਹ ਸਵੇਰ ਤੋਂ ਪੜ੍ਹ ਰਿਹਾ ਸੀ। ਹੈਡ ਹੀ ਬੀਨ ਸਟੱਡਿੰਗ ਸਿੰਸ ਮਾਰਨਿੰਗ, ਕਿ ਉਹ ਸਵੇਰ ਤੋਂ, ਜਿਵੇਂ ਆਪਾਂ ਮੀਂਹ ਪੈ ਰਿਹਾ ਸੀ ਵਾਲਾ ਲਗਾਇਆ ਸੀ ਨਾ ਸਿੰਸ ਮਾਰਨਿੰਗ, ਇਟ ਹੈਜ਼ ਬੀਨ ਰੇਨਿੰਗ ਸਿੰਸ ਮਾਰਨਿੰਗ, ਇੱਥੇ ਉਹ ਸਵੇਰ ਤੋਂ ਪੜ੍ਹ ਰਿਹਾ ਸੀ। ਹੈਡ ਕੁਐਸਚਨ ਪੁੱਛਿਆ ਗਿਆ, ਹੈਡ ਹੀ ਬੀਨ ਸਟੱਡਿੰਗ ਸਿੰਸ ਮਾਰਨਿੰਗ, ਫਿਰ ਕੁਐਸਚਨ ਮਾਰਕ। लास्ट वाला टेंस आ गया हुण तुहाडा फ्यूचर परफेक्ट कंटीन्यूअस, ठीक है। परफेक्ट मतलब शैल हैव, विल हैव, ते कंटीन्यूअस मतलब फस्ट फॉर्म दे नाल ING, इन्हां नूं तुसीं कंबाइन करना, ते टाइम पीरियड दिता होएगा, इहदे च रहा होवेगा, जिहड़े फ्यूचर कंटीन्यूअस वाले रूल है वो वाले पिछे दिख जाणगे, ते नाल टाइम पीरियड दिता, मतलब परफेक्ट कंटीन्यूअस हो गया। एफर्मेटिव च लावांगे शैल हैव, विल हैव, शैल विल ने साथ नहीं छड्डना फ्यूचर दे विच, ठीक है। शैल हैव, विल हैव, ना लग जाएगा बीन, क्योंकि हैव तो बाद बीन लगाना पैंदा थर्ड फॉर्म, ठीक है। पहला भी 2 बारी दस चुकी हाँ, तुहानूं चंगी तरह याद हो जाएगा। वर्ब दी फस्ट फॉर्म नाल ING लगेगा, सिंस फॉर लगेगा। अगे नैगेटिव च भी ध्यान दे देना, शैल नॉट हैव, विल नॉट हैव, बीन फस्ट फॉर्म प्लस ING, सिंस फॉर। इंटरोगेटिव च शैल विल प्लस हैव बीन, फिर फस्ट फॉर्म नाल ING, फिर सिंस फॉर। 4 चीज़ों का ध्यान रखना है। शीला सवेर तो गा रही होवेगी, मतलब फ्यूचर में यह काम हो रहा होवेगा, ठीक है। तो टाइम देता सवेर तो दा। शीला विल हैव बीन सिंगिंग सिंस मॉर्निंग, ठीक है। सिंस मॉर्निंग कितनी बारी आ गया, हम तुहानूं ये चंगी तरह याद हो जाएगा कि जो मॉर्निंग क्या हो तो सिंस लगाना। शीला सवेर तो नहीं गा रही होवेगी, शीला विल नॉट हैव बीन सिंगिंग सिंस मॉर्निंग। कि शीला 2 घंटिया तो गा रही होवेगी, हुण 2 घंटे पता नहीं किहड़े वाले ने, है ना। जो लिखिया होवे भी प्रॉपर इन्ना टाइम है, टाइम लिखिया होवे उदों तुसीं सिंस लगाना है। जे उदां ही आवर्स लिखे ने, घंटे लिखे ने, तो फिर आपां फॉर लगावांगे। विल शीला, हुण विल तो शुरुआत कर देनी आ, हैव बीन सिंगिंग फॉर 2 hours, क्वेश्चन मार्क, ठीक है। इत्थे तुहाडे टेंसिस हो गए खत्म। तो तुसीं हुण किन्ने सारे अपने जिहड़े भी दिमाग में तुहाडे कोई गल आंदी है ना, उन्होंने कॉपी ते लिखो, तो उन्होंने इन्हां रूल्स नूं फॉलो करके उहदी पिछों दी निशानी देख के सेंटेंस दी ते उन्होंने कन्वर्ट करन दी कोशिश करो। तो जे तुहानूं कोई सेंटेंस बनाना नहीं आ रहा इंग्लिश दे विच, तो तुसीं मैनूं कमेंट करके मैनूं पुछ सकदे हो, मैं तुहाडी ज़रूर हैल्प करांगी। थैंक यू।